ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਬੁੱਢੇ ਨਿਕਟ ਤੇ ਕੁੰਕਮ ਮਿਲਿਆ ਕਸਾਏ। ਸੋਢੀ ਖੁੱਲ ਕੇ ਤਿਲਕ ਕੈ ਦੀਨੋ ਤਿਲਕ ਕਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਨਾਲ ਜੁੜ ਜਾਈਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲਾਹੌਰ ਤੋਂ ਐਦੀ ਨੇ ਬੁਲਾਉਣ ਵਾਸਤੇ ਆ ਕੇ ਬੇਨਤੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਜੀ ਲਾਹੌਰ ਜਾਣ ਦੀ ਤਿਆਰੀਆਂ ਕਰਨ ਲੱਗੇ। ਰਾਤਰੀ ਦੇ ਸਮੇਂ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਵਿਚਾਰ ਕੀਤੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਗੱਦੀ ਦੀ ਦੇਣ ਦੀ ਰਸਮ ਕੀਤੀ। ਬਾਬਾ ਬੁੱਢਾ ਜੀ ਨੂੰ ਹੁਕਮ ਮੰਨਣਾ ਪਿਆ। ਉਹਨਾਂ ਨੇ ਕੇਸਰ ਤੇ ਚੰਦਨ ਨੂੰ ਘੋਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੱਥੇ ਤੇ ਤਿਲਕ ਲਾਇਆ। ਗੁਰੂ ਅਰਜਨ ਦੇਵ ਜੀ 5 ਪੈਸੇ ਨਾਰੀਅਲ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਸੋ ਉਹ ਜਿਹੜੀ ਕਥਾ ਹੈ ਉਹ ਲਗਾਤਾਰ ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਸਰਵਣ ਕਰਦੇ ਹੋ। ਸੋ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਕਥਾ ਦਾ ਆਨੰਦ ਮਾਣੀਏ। ਪਿਆਰ ਸਹਿਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਬੁੱਢੇ ਨਿਕਟ ਤੇ ਬਾਬਾ ਬੁੱਢਾ ਜੀ ਦੇ ਪਾਸੋਂ ਕੁੰਕਮ ਮਲਿਆ ਕਸਾਏ। ਕੇਸਰ ਤੇ ਚੰਦਨ ਘਸਵਾ ਕੇ ਸੋਢੀ ਖੁੱਲ ਕੇ ਤਿਲਕ ਕੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਸੋਢੀ ਕੁਲ ਦੇ ਦੀਪਕ ਹਨ, ਸੋਢੀ ਕੁਲ ਦੇ ਤਿਲਕ ਹਨ, ਦੀਨੋ ਤਿਲਕ ਕਰਾਏ। ਉਹਨਾਂ ਦੇ ਮੱਥੇ ਤੇ ਤਿਲਕ ਗੁਰਿਆਈ ਦਾ ਕਰਵਾ ਦਿੱਤਾ ਹੈ। ਚੌਪਈ ਰੱਖੋ ਗੋਪ ਨਹੀਂ ਬਿਦ ਤਾਵ ਹੋ। ਇਹ ਬਚਨ ਕੀਤਾ ਹੈ ਵੀ ਇਹ ਅਜੇ ਤਾਂ ਗੁਪਤ ਰੱਖਣਾ ਹੈ, ਪਰ ਸਮਾਂ ਆ ਕੇ ਪ੍ਰਗਟ ਹੋ ਜਾਏਗਾ। ਇਹ ਗੁਰਿਆਈ ਗੱਦੀ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇਗੀ। ਸਭ ਸੰਗਤ ਕੋ ਸੀਖ ਸਿਖਾਵੋ। ਸਾਰੀ ਸੰਗਤ ਨੂੰ ਸਿਖਾਉਣਾ ਸਮਝਾਉਣਾ। ਬਾਬਾ ਬੁੱਢਾ ਜੀ ਤੁਸੀਂ ਕਿ ਸਾਡੇ ਤੋਂ ਬਾਅਦ ਸਾਡਾ ਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਝੋ। ਮਾਮਸ ਰੂਪ ਸ੍ਰੀ ਹਰਗੋਬਿੰਦ। ਅੱਜ ਤੋਂ ਬਾਅਦ ਸਾਡਾ ਰੂਪ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ। ਜੋ ਜਨ ਹੈ ਸੋ ਲਹਿ ਆਨੰਦ। ਜਿਹੜਾ ਸਾਨੂੰ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਰੂਪ ਜਾਣੇਗਾ ਉਹਨੂੰ ਸਿੱਖੀ ਦੀ ਪ੍ਰਾਪਤੀ ਹੋਵੇਗੀ। ਉਹ ਆਨੰਦ ਮਾਣੇਗਾ, ਉਹਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਮਿਲਣਗੀਆਂ। ਜਿਹੜਾ ਸਾਡਾ ਬਚਨ ਮੰਨੇਗਾ। ਹਮ ਪੀਛੇ ਦੀਜ ਹੈ ਦਸਤਾਰ। ਸਾਡੇ ਤੋਂ ਬਾਅਦ ਗੁਰਿਆਈ ਗੱਦੀ ਦੀ ਦਸਤਾਰ ਜਿਹੜੀ ਹੈ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣੀ ਹੈ। ਸਭ ਬਿਦ ਕਰੋ ਮੰਗਲਾਚਾਰ। ਔਰ ਹਰ ਤਰ੍ਹਾਂ ਦਾ ਮੰਗਲ ਚਾਲ ਕਰਨਾ ਹੈ, ਖੁਸ਼ੀ ਮਨਾਣੀ ਹੈ। ਸਾਡੇ ਵਾਸਤੇ ਸੋਗ ਨਹੀਂ ਕਰਨਾ। ਹਾਂਜੀ। ਸਰਬ ਮਸੰਦ ਸੰਗਤਾ ਸਾਰੀ। ਸਾਰੇ ਮਸੰਦ ਸਾਰੀਆਂ ਸੰਗਤਾਂ ਨੂੰ ਸਾਡਾ ਇਹ ਹੁਕਮ ਹੈ ਕਿ ਸਾਡੀ ਥਾਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਜਾਣਨਾ ਹੈ। ਲਿਖੋ ਹੁਕਮ ਸਭ ਲਿਹੋ ਹਕਾਰੀ। ਹੁਕਮਨਾਮੇ ਭੇਜ ਕੇ ਸਭ ਸੰਗਤ ਨੂੰ ਬੁਲਾ ਲੈਣਾ ਅਤੇ ਸਾਡੇ ਦੁਸਹਿਰੇ ਤੇ ਸਾਰੀ ਸੰਗਤ ਦੇ ਵਿਚਕਾਰ ਸ੍ਰੀ ਹਰਗੋਬਿੰਦ ਜੀ ਦੇ ਸੀਸ ਤੇ ਦਸਤਾਰ ਸਜਾ ਦੇਣੀ। ਚੌਹਾਂ ਦਿਸ਼ ਕੋ ਹੋਏ ਮੇਲ ਵਿਸਾਲਾ। ਸਭ ਪਾਸਿਓਂ ਸੰਗਤਾਂ ਦਾ ਜੋੜ ਮੇਲ ਕਰਨਾ ਹੈ। ਸਾਰੀ ਸੰਗਤ ਨੂੰ ਬੁਲਾਣਾ ਹੈ। ਜਿੰਨੇ ਵੀ ਗੁਰੂ ਨਾਨਕ ਦੇ ਘਰ ਦੇ ਪ੍ਰੇਮੀ ਹਨ, ਬ੍ਰਹਮ ਗਿਆਨੀ ਮਹਾਂਪੁਰਸ਼ ਸਾਧੂ ਸੰਤ, ਗੁਰੂ ਘਰ ਦੇ ਮਸੰਦ ਮੁਖੀਏ ਬ੍ਰਹਮ ਗਿਆਨੀ ਸਾਧੂ ਹਨ, ਉਹਨਾਂ ਸਾਰਿਆਂ ਦਾ ਜੋੜ ਮੇਲਾ ਕਰਨਾ ਹੈ। ਸਾਰੀ ਸੰਗਤ ਦਾ ਜੋੜ ਮੇਲ ਕਰਨਾ ਹੈ। ਤਖਤ ਬਿਠਾਵੋ ਤੁਮ ਤਿਸ ਕਾਲਾ। ਜਦੋਂ ਸਾਰੀ ਸੰਗਤ ਇਕੱਠੀ ਹੋ ਜਾਵੇ, ਹੇ ਬਾਬਾ ਬੁੱਢਾ ਜੀ
ਤੁਸੀਂ ਸ੍ਰੀ ਹਰਗੋਬਿੰਦ ਜੀ ਨੂੰ ਸੰਗਤ ਦੇ ਵਿੱਚ ਤਖਤ ਤੇ ਬਿਠਾਣਾ ਹੈ, ਗੁਰਿਆਈ ਗੱਦੀ ਤੇ ਸੁਭਾਏਮਾਨ ਕਰਨਾ ਹੈ। ਨਿਜ ਸਹਾਇਤਾ ਚਾਹੇ ਨਾ ਧਰਾਂ। ਹਾਂ, ਇਹ ਸ੍ਰੀ ਹਰਗੋਬਿੰਦ ਸਾਹਿਬ ਜੀ ਕਿਸੇ ਦੀ ਮਦਦ ਦੇ ਚਾਹਵਾਨ ਨਹੀਂ। ਇਹਨਾਂ ਨੂੰ ਕਿਸੇ ਦੁਨਿਆਵੀ ਰਾਜੇ ਮਹਾਰਾਜੇ ਦੀ, ਕਿਸੇ ਨਵਾਬ ਅਫਸਰ ਦੀ, ਕਿਸੇ ਦੀ ਸਹਾਇਤਾ ਨਹੀਂ ਚਾਹੀਦੀ, ਕਿਉਂਕਿ ਇਹਨਾਂ ਦੀ ਸਹਾਇਤਾ ਖੁਦ ਅਕਾਲ ਪੁਰਖ ਪਰਮੇਸ਼ਰ ਜੀ ਕਰਨਗੇ। ਅਰਪਨ ਕੀ ਸਹਾਇ ਇਹ ਕਰੈ। ਬਲਕਿ ਇਹ ਦੂਜਿਆਂ ਦੀ ਸਹਾਇਤਾ ਕਰਨਗੇ। ਇਹਨਾਂ ਦੀ ਸਹਾਇਤਾ ਅਕਾਲ ਪੁਰਖ ਕਰਦਾ ਹੈ, ਇਹ ਸਾਰਿਆਂ ਦੀ ਸਹਾਇਤਾ ਕਰਦੇ ਹਨ। ਹਰ ਗਰੀਬ ਗੁਰਬੇ ਦੀ ਸਹਾਇਤਾ ਕਰਨਗੇ। ਸਾਧ ਸੰਗਤ ਜੀ, 52 ਰਾਜਿਆਂ ਨੂੰ ਮਹਾਰਾਜ ਨੇ ਗਵਾਲੀਅਰ ਦੇ ਕਿਲੇ 'ਚੋਂ ਛੁਡਾਇਆ ਸੀ। ਅੱਜ ਤੱਕ ਉਹ ਰਾਜਿਆਂ ਦੇ ਪਰਿਵਾਰ ਮੌਜੂਦ ਹਨ, ਇਤਿਹਾਸ ਮੌਜੂਦ ਹੈ। ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਵੱਡੀ ਵਡਿਆਈ ਬੰਦੀ ਛੋੜਦਾ, ਜਿਨ੍ਹਾਂ ਨੇ ਰਾਜਿਆਂ ਮਹਾਰਾਜਿਆਂ ਦੀ ਸਹਾਇਤਾ ਕੀਤੀ, ਗਰੀਬ ਗੁਰਬੇ ਦੀ ਸਹਾਇਤਾ ਕੀਤੀ, ਹਰ ਇੱਕ ਦੀ ਸਹਾਇਤਾ ਕੀਤੀ। ਉਹਨਾਂ ਨੂੰ ਹੋਰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੀ ਸਹਾਇਤਾ ਪਰਮੇਸ਼ਰ ਆਪ ਕਰਦਾ ਹੈ। ਹਾਂਜੀ, ਇਹ ਕਹਿ ਪਰਮ ਪ੍ਰੇਮ ਕੋ ਕਰਮਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਬਹੁਤ ਪਿਆਰ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਹੱਥ ਰੱਖਿਆ, ਉਹਨਾਂ ਨੂੰ ਆਪਣੀ ਗੋਦੀ 'ਚ ਲੈ ਕੇ ਪਿਆਰ ਦਿੱਤਾ। ਸਿੱਖਿਆ ਦੇਤ ਭਏ ਸ੍ਰੀ ਅਰਜਨ। ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਕੋਲ ਬਿਠਾ ਕੇ ਪੰਜਵੇਂ ਪਾਤਸ਼ਾਹ ਇਉਂ ਸਿੱਖਿਆ ਦਿੰਦੇ ਹਨ। ਅਹੰ ਬ੍ਰਹਮ ਇਹ ਬ੍ਰਿਤ ਖੁਰ ਧਰਨੀ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਹੈ ਪੁੱਤਰ ਜੀ, ਤੁਸੀਂ ਹੁਣ ਗੁਰੂ ਨਾਨਕ ਦੀ ਗੱਦੀ ਤੇ ਬੈਠ ਗਏ ਹੋ। ਤੁਹਾਡੇ ਅੰਦਰ ਗੁਰੂ ਨਾਨਕ ਦੀ ਜੋਤ ਦਾ ਪ੍ਰਕਾਸ਼ ਹੋਇਆ ਹੈ। ਅੱਜ ਤੋਂ ਬਾਅਦ ਆਪਣੇ ਆਪ ਨੂੰ ਪਰਮੇਸ਼ਰ ਰੂਪ, ਬ੍ਰਹਮ ਰੂਪ ਕਰਕੇ ਜਾਣਨਾ ਹੈ, ਸਰੀਰ ਕਰਕੇ ਨਹੀਂ, ਜੋਤ ਕਰਕੇ। ਅਹੰ ਬ੍ਰਹਮ, ਮੈਂ ਬ੍ਰਹਮ ਹਾਂ, ਮੈਂ ਪਰਮੇਸ਼ਰ ਦੀ ਜੋਤ ਹਾਂ, ਅੰਸ਼ ਹਾਂ। ਕਹੋ ਕਬੀਰ, ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨ ਮੰਸ। ਅਕਾਲ ਪੁਰਖ ਦੀ ਜੋਤ ਨਾਲ ਇੱਕਮਿਕ ਆਪਣੇ ਆਪ ਨੂੰ ਜਾਣਨਾ ਹੈ। ਵਹਿਰ ਕਿਰਿਆ ਭਗਤਨ ਕੀ ਕਰਨੀ। ਪਰ ਮੂੰਹ ਤੋਂ ਨਹੀਂ ਕਹਿਣਾ ਕਿ ਮੈਂ ਪਰਮੇਸ਼ਰ ਹਾਂ, ਮੂੰਹ ਤੋਂ ਕਹਿਣਾ ਮੈਂ ਦਾਸ ਹਾਂ। ਅੰਤਰਾਤਮੇ ਜੋਤ ਵਾਹਿਗੁਰੂ ਦੀ ਸਮਝਣੀ, ਆਪਣੇ ਆਪ ਨੂੰ ਪਰਮੇਸ਼ਰ ਦੀ ਜੋਤ ਨਾਲ ਅਭੇਦ ਸਮਝਣਾ ਹੈ। ਪਰ ਮੁਖ ਤੋਂ ਕਹਿਣਾ ਹੈ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਹੇ ਵਾਹਿਗੁਰੂ, ਤੂੰ ਸਾਡਾ ਮਾਂ ਪਿਓ ਹੈ, ਅਸੀਂ ਤੇਰੇ ਬੱਚੇ ਹਾਂ। ਹੇ ਵਾਹਿਗੁਰੂ, ਤੂੰ ਸਾਡਾ ਮਾਲਕ ਹੈ, ਅਸੀਂ ਤੇਰੇ ਦਾਸ ਹਾਂ। ਇਹ ਭਗਤੀ ਦੇ ਬਚਨ, ਸ਼ਰਧਾ ਦੇ ਬਚਨ, ਪਿਆਰ ਦੇ ਬਚਨ ਮੂੰਹ ਤੋਂ ਬੋਲਣੇ ਨੇ, ਨਿਮਾਣੇ ਹੋ ਕੇ ਰਹਿਣਾ ਹੈ। ਅੰਦਰੋਂ ਬਿਰਤੀ ਆਪਣੇ ਆਪ ਨੂੰ ਬ੍ਰਹਮ ਰੂਪੀ ਜਾਣਨਾ। ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੋਰ, ਸੋਈ ਫਿਰ ਕਹਿ ਤੂੰ ਭਇਆ, ਜਾਂ ਕੋ ਕਹਿਤਾ ਔਰ। ਜਿਹਨੂੰ ਹੋਰ ਸਮਝਦੇ ਉਹ ਹੋਰ ਹੈ ਨਹੀਂ, ਉਹ ਤੇ ਆਪਣੀ ਆਤਮਾ ਹੀ ਹੈ। ਜਿਸ ਨੂੰ ਪਰਮਾਤਮਾ ਨੂੰ ਦੂਰ ਸਮਝਦੇ ਹੈ, ਉਹ ਤਾਂ ਆਪਣੇ ਅੰਦਰ ਬੈਠਾ ਹੋਇਆ ਹੈ। ਆਪਣੇ ਆਪ ਨੂੰ ਪਛਾਣ ਲਓ, ਪਰਮਾਤਮਾ ਦੇ ਦਰਸ਼ਨ ਹੋਣਗੇ। ਜਿਹੜਾ ਆਪਣੀ ਆਤਮਾ ਨੂੰ ਨਹੀਂ ਵੇਖ ਸਕਦਾ, ਉਹਨੂੰ ਕਦੀ ਵੀ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ। ਇੱਕ ਅੱਖ ਦੇ ਫਰਕਣ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਹੈ। ਇੱਕ ਸੈਕਿੰਡ ਤੋਂ ਪਹਿਲਾਂ ਦਰਸ਼ਨ ਹੋ ਸਕਦੇ ਹੈ। ਜਿੰਨੇ ਚਿਰ ਵਿੱਚ ਅੱਖ ਝਮਕਦੀ ਹੈ, ਉਸ ਤੋਂ ਵੀ ਪਹਿਲਾਂ ਦਰਸ਼ਨ ਹੋ ਸਕਦੇ ਹੈ। ਵਾਹਿਗੁਰੂ ਸਾਡੀ ਆਤਮਾ ਦੇ ਵਿੱਚ ਬੈਠਾ ਆਤਮ ਰੂਪ ਹੈ। ਆਤਮ ਚੀਨ ਰਚੋ ਪਰਮਾਤਮਾ। ਆਤਮਾ ਨੂੰ ਦੇਖ ਕੇ ਪਰਮਾਤਮਾ ਦੇ ਦਰਸ਼ਨ ਹੁੰਦੇ। ਮਹਾਰਾਜ ਕਹਿੰਦੇ, ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਰੂਪ ਜਾਣ ਕੇ ਜਾਣੇ, ਜੋਤ ਨੂੰ ਪਰਮਾਤਮਾ ਨਾਲ ਅਭੇਦ ਜਾਣੇ, ਪਰ ਮੂੰਹ ਤੋਂ ਆਖੇ ਮੈਂ ਦਾਸ ਹਾਂ, ਮੈਂ ਸੇਵਕ ਹਾਂ। ਅੱਜ ਕੱਲ੍ਹ ਸਾਧ ਸੰਗਤ ਜੀ, ਆਤਮ ਗਿਆਨ ਤਾਂ ਹੁੰਦਾ ਨਹੀਂ। ਮੇਰੇ ਵਰਗੇ ਉਂਝ ਹੀ ਕਹਿਣ ਲੱਗ ਜਾਂਦੇ ਆ, ਮੈਂ ਪਰਮਾਤਮਾ ਹੀ ਹਾਂ, ਮੈਂ ਬ੍ਰਹਮ ਹਾਂ, ਮੈਂ ਹੀ ਰੱਬ ਹਾਂ।
ਤੇ ਆਪਣੇ ਆਪ ਨੂੰ ਮੱਥਾ ਟਿਕਾਣ ਨਾਲ ਸ਼ੁਰੂ ਕਰਤਾ, ਗੁਰੂ ਬਣ ਗਏ। ਉਹ ਆਪਣੇ ਆਪ ਨੂੰ ਸਰੀਰ ਤੋਂ ਬਾਹਰ ਕੱਢ ਨਹੀਂ ਸਕੇ, ਸਰੀਰ ਹੀ ਸਮਝਦੇ ਆ ਤੇ ਕਹਿੰਦੇ ਸੀ ਬ੍ਰਹਮ। ਨਹੀਂ, ਸਰੀਰ ਬ੍ਰਹਮ ਨਹੀਂ, ਸਰੀਰ ਤਾਂ ਮਿੱਟੀ ਹੈ। ਸਰੀਰ ਤਾਂ ਕਿੰਨੇ ਹੀ ਆਏ, ਕਿੰਨੇ ਗਏ। ਜਿਹੜਾ ਸਰੀਰ ਦੇ ਵਿੱਚ ਵਸਣ ਵਾਲਾ ਹੈ ਆਤਮਾ, ਉਹ ਬ੍ਰਹਮ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਕਹਿੰਦੇ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੀ ਅੰਸ਼ ਸਮਝ ਕੇ ਮੂੰਹ ਤੋਂ ਏਦਾਂ ਕਹਿਣਾ ਵੀ ਅਸੀਂ ਉਹਦੇ ਦਾਸ ਹਾਂ, ਉਹਦੇ ਬੱਚੇ ਹਾਂ, ਉਹ ਸਾਡਾ ਮਾਲਕ ਹੈ, ਅਸੀਂ ਉਹਦੇ ਨੌਕਰ ਹਾਂ। ਹਾਂਜੀ, ਇਹ ਉਪਦੇਸ਼ ਆਦਿ ਗੁਰ ਘਰ ਕੋ, ਇਹ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਸੀ। ਇਹ ਮੁੱਢ ਤੋਂ ਉਪਦੇਸ਼ ਆ ਰਿਹਾ। ਤਿੰਨ ਗੱਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਨੂੰ ਤੁਸੀਂ ਇਹ ਕਰਨੀਆਂ ਹਨ। ਕੀ ਕਰਨੀਆਂ ਨੇ? ਹਿਰਦੇ ਗਿਆਨ, ਮੁਖ ਭਗਤੀ, ਵਰਤਨ ਵੈਰਾਗ। ਹਿਰਦੇ ਗਿਆਨ ਦਾ ਮਤਲਬ ਹੀ ਆਪਣੇ ਆਪ ਨੂੰ ਪਰਮੇਸ਼ਰ ਦੀ ਜੋਤ ਸਮਝਣਾ ਹੈ। ਮੈਂ ਉਸ ਵਾਹਿਗੁਰੂ ਦੀ, ਅਕਾਲ ਪੁਰਖ ਦੀ, ਨਿਰੰਕਾਰ ਦੀ ਜੋਤ ਹਾਂ। ਪਰ ਮੂੰਹ ਤੋਂ ਭਗਤੀ ਦੇ ਬਚਨ ਕਹਿਣੇ, ਮੈਂ ਉਹਦਾ ਦਾਸ ਹਾਂ। ਸਰੀਰ ਕਰਕੇ ਨਹੀਂ ਨਾ ਮੈਂ ਕਹਿਣਾ। ਲੋਕ ਸਰੀਰ ਕਰਕੇ ਮੈਂ ਕਹਿੰਦੇ ਆ। ਸਰੀਰ ਤਾਂ ਮੇਰਾ ਕਿਰਾਏ ਦਾ ਘਰ ਹੈ, ਇਹ ਤਾਂ ਮੈਂ ਛੱਡ ਦੇਣਾ, ਇਹ ਤਾਂ ਮੇਰਾ ਟਿਕਾਣਾ ਪੱਕਾ ਨਹੀਂ। ਮੈਂ ਤਾਂ ਜੋਤ ਹਾਂ ਤੇ ਸਰੀਰ ਦੇ ਵਿੱਚ ਮੈਂ ਥੋੜੇ ਸਮੇਂ ਲਈ ਆਇਆ ਹੋਇਆ। ਇਹ ਜਾਣਨਾ ਹੈ, ਕਹਿਣਾ ਨਹੀਂ। ਇਹ ਹੁਣ ਸਾਨੂੰ ਕਥਾ 'ਚ ਕਹਿਣਾ ਪੈਂਦਾ, ਦੱਸਣਾ ਪੈਂਦਾ, ਪਰ ਸਾਰਿਆਂ ਨੂੰ ਇਹ ਹਜਮ ਵੀ ਨਹੀਂ ਹੁੰਦਾ। ਸਾਰਿਆਂ ਨੂੰ ਇਹ ਗੱਲ ਨਹੀਂ ਸਮਝ ਆਉਂਦੀ, ਇਹ ਕਿੱਥੇ ਬੋਲੀ ਜਾ ਰਹੀ ਗੱਲ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸੀ, ਪੁਰਖਾ ਆਪਣੇ ਮਨ ਵਿੱਚ, ਹਿਰਦੇ 'ਚ ਗਿਆਨ ਬ੍ਰਹਮ ਦਾ ਰੱਖਣਾ ਹੈ। ਮੁਖ ਤੋਂ ਭਗਤੀ ਦੇ ਬਚਨ ਬੋਲਣੇ ਨੇ, ਦਾਸ ਨਿਮਾਣਾ ਬਣ ਕੇ ਰਹਿਣਾ ਹੈ। ਤੀਜੀ ਗੱਲ ਕਹੀ ਸੀ ਵਰਤਨ ਵੈਰਾਗ। ਦੁਨੀਆ ਦੇ ਵਿੱਚ ਕਿਸੇ ਚੀਜ਼ ਨਾਲ ਮੋਹ ਨਹੀਂ ਪਾਉਣਾ। ਇਉਂ ਸਮਝਣਾ ਵੀ ਇਹ ਦੁਨੀਆ ਦੇ ਅਸੀਂ ਪ੍ਰਾਹੁਣੇ ਆਏ ਹਾਂ ਤੇ ਜਿੰਨਾ ਚਿਰ ਮਹਾਰਾਜ ਨੇ ਸਾਨੂੰ ਇੱਥੇ ਰੱਖਣਾ ਹੈ, ਰਹਿਣਾ, ਜਦੋਂ ਬੁਲਾਣਾ ਚਲੇ ਜਾਣਾ। ਇਹ ਤੇ ਐਵੇਂ ਝੂਠਾ ਹੀ ਹੈ। ਦੁਨੀਆ ਵਿੱਚ ਪ੍ਰਾਹੁਣਾ, ਜਗ ਮਹਿਮਾਨ ਆਏ ਮਹਿਮਾਨ ਹੀ। ਭਾਈ ਗੁਰਦਾਸ ਜੀ ਨੇ ਬਹੁਤ ਵਾਰੀ ਲਿਖਿਆ, ਮਹਿਮਾਨ ਮੈਨੇ ਗੈਸਟ। ਰਿਸ਼ਤੇਦਾਰ ਆਉਂਦੇ, ਗੈਸਟ ਆਉਂਦੇ, ਇੱਕ ਰਾਤ, ਦੋ ਰਾਤ, ਚਾਰ ਰਾਤਾਂ ਰਹਿ ਕੇ ਚਲੇ ਜਾਂਦੇ। ਇਸ ਦੁਨੀਆ ਦੇ ਅਸੀਂ 4 ਦਿਨ ਦੇ ਪ੍ਰਾਹੁਣੇ ਆ, ਆਏ ਤੇ ਗਏ। ਏਦਾਂ ਸਮਝਣਾ ਵੀ ਮੇਰਾ ਇੱਥੇ ਕੁਛ ਨਹੀਂ ਗਾ। ਹਾਂਜੀ, ਲਿਹੋ ਆਪ ਨਿਤ ਸ਼ਰਧਾ ਧਰ ਕੋ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਉਹੀ ਉਪਦੇਸ਼ ਦੇ ਰਹੇ ਨੇ ਜਿਹੜਾ ਪਿੱਛੋਂ ਚੱਲਿਆ ਆ ਰਿਹਾ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਸੀ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਉਪਦੇਸ਼ ਦਿੱਤਾ ਸੀ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਦਿੱਤਾ ਸੀ ਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਸੀ। ਅੱਜ ਉਹੀ ਉਪਦੇਸ਼ ਗੁਰੂ ਅਰਜਨ ਦੇਵ ਜੀ ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੂੰ ਦਿੱਤਾ ਹੈ ਕਿ ਪੁੱਤਰ ਜੀ ਆਪਣੀ ਜੋਤ ਨੂੰ ਪਛਾਣਨਾ, ਹਰ ਵੇਲੇ ਆਪਣਾ ਧਿਆਨ ਆਤਮਾ ਤੇ ਰੱਖਣਾ ਹੈ। ਇਹ ਅਕਾਲ ਪੁਰਖ ਦੀ ਜੋਤ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਰ ਵੇਲੇ ਇਹਦਾ ਚਿੰਤਨ ਕਰਨਾ। ਇਹ ਜੋਤ ਹੈ, ਇਹ ਦਰਬਾਰ ਲੱਗਾ ਵਾਹਿਗੁਰੂ ਦਾ ਸਾਡੇ ਅੰਦਰ। ਜੈ ਝਿਲਮਿਲ ਕਾਰ ਦਸੰਤਾ ਤੈ ਅਨਹਦ ਸ਼ਬਦ ਵਜੰਤਾ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਰਤਨ ਕਮਲ ਕੋਠਰੀ ਚਮਕਾਰ ਬੀਜ ਰਤਹੀ। ਨੇੜਾ ਨਾਹੀ ਦੂਰ ਨਿਜ ਆਤਮੈ ਰਿਹਾ ਭਰਪੂਰ। ਇਹ ਦੂਰ ਨਹੀਂ ਹੈ, ਆਤਮਾ 'ਚ ਬੈਠਾ ਹੋਇਆ। ਬਸ ਉੱਥੇ ਦਰਸ਼ਨ ਕਰੀ ਜਾਣੇ ਨੇ ਹਰ ਵੇਲੇ। ਪਰ ਮੂੰਹ ਤੋਂ ਕਹਿਣਾ ਅਸੀਂ ਤੇਰੇ ਦਾਸ ਹਾਂ, ਅਸੀਂ ਤੇਰੇ ਸੇਵਕ ਹਾਂ, ਤੂੰ ਸਾਡਾ ਮਾਲਕ ਹੈ, ਅਸੀਂ ਤੇਰੇ ਸੇਵਕ ਹਾਂ। ਇਹ ਭਗਤੀ ਕਰਨੀ ਹੈ। ਹੰਕਾਰ ਨਹੀਂ ਕਰਨਾ ਕਿ ਮੈਂ ਬ੍ਰਹਮ ਹਾਂ ਤੇ ਬਸ ਮੈਂ ਕਿਸੇ ਨੂੰ ਮੰਨਦਾ ਹੀ ਨਹੀਂ। ਮੈਂ ਸਾਰਿਆਂ ਤੋਂ ਨੀਵਾਂ। ਕਬੀਰ ਸਭ ਤੇ ਹਮ ਬੁਰੇ। ਸਾਰੇ ਤੋਂ ਅਸੀਂ ਮਾੜੇ ਹਾਂ।
ਸਾਰਿਆਂ ਤੋਂ ਅਸੀਂ ਭੈੜੇ ਹਾਂ, ਸਾਰਿਆਂ ਤੋਂ ਮੈਂ ਪਾਪੀ ਵੱਡਾ ਹਾਂ, ਇੱਦਾਂ ਜਾਣਨਾ ਹੈ, ਮੂੰਹ ਤੋਂ ਕਹਿਣਾ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਹਨੇ ਇੱਦਾਂ ਸਮਝ ਲਿਆ ਉਹ ਸਾਡਾ ਮਿੱਤਰ ਹੈ। ਤੀਜੀ ਗੱਲ ਕਹਿਣਾ ਹੈ ਕਿ ਦੁਨੀਆ 'ਚ ਮੈਂ ਪ੍ਰਾਹੁਣਾ ਆ। ਜੇ ਇਹ ਗੱਲ ਸਮਝ ਲਈ ਤੇ ਬੇੜਾ ਪਾਰ ਹੈ। ਸਿੱਖਾਂ ਨੂੰ ਵੀ ਇਹੀ ਗੱਲ ਦ੍ਰਿੜ ਕਰਾਣੀ ਹੈ। ਹਾਂਜੀ, ਸ੍ਰੀ ਨਾਨਕ ਕੋ ਆਸ਼ਾ ਮਹਾ। ਗੁਰੂ ਨਾਨਕ ਦੇਵ ਜੀ ਦਾ ਡੂੰਘਾ ਗੂੜ ਆਸ਼ਾ ਸੀ, ਜਿਹੜਾ ਲੋਕਾਂ ਨੂੰ ਸਮਝ ਨਹੀਂ ਆਉਂਦਾ। ਬੜੀ ਡੂੰਘੀ ਫਿਲਾਸਫੀ ਹੈ ਉਹਨਾਂ ਦੀ, ਬੜਾ ਮਹਾਨ ਦਰਸ਼ਨ ਹੈ ਉਹਨਾਂ ਦਾ। ਸੰਸਾਰ ਦੀਆਂ ਸਾਰੀਆਂ ਫਿਲਾਸਫੀਆਂ ਪੜ੍ਹੋ, ਸਾਰੇ ਦਰਸ਼ਨ ਪੜ੍ਹੋ, ਗੁਰੂ ਨਾਨਕ ਦੀ ਫਿਲਾਸਫੀ ਸਭ ਤੋਂ ਉੱਪਰ ਹੈ, ਬੜੀ ਉੱਚੀ ਹੈ, ਬੜੀ ਸਾਫ਼ ਸਿੱਧੀ ਜੀ ਹੈ, ਪੱਧਰੀ ਜੀ ਹੈ। ਹਰ ਇੱਕ ਬੰਦੇ ਨੂੰ ਸਮਝ ਵੀ ਆ ਸਕਦੀ ਜੇ ਉਹ ਸਮਝਣਾ ਚਾਹੇਗਾ, ਕਿਉਂਕਿ ਕੋਈ ਵੀ ਚੀਜ਼ ਓਨਾ ਚਿਰ ਸਮਝ ਨਹੀਂ ਆ ਸਕਦੀ ਜਿੰਨਾ ਚਿਰ ਕੋਈ ਬੰਦਾ ਸਮਝਣਾ ਹੀ ਨਾ ਚਾਹੇ। ਜੇ ਕੋਈ ਸਮਝਣਾ ਚਾਹੇ ਫਿਰ ਉਹ ਗੁਰੂ ਦੀ ਸ਼ਰਨ ਪਵੇ, ਨਿਮਾਣਾ ਹੋ ਕੇ ਆਪਣਾ ਸਿਰ ਗੁਰੂ ਦੇ ਚਰਨਾਂ 'ਚ ਰੱਖੇ, ਫਿਰ ਉਹਨੂੰ ਸਮਝ ਆਉਂਦੀ ਹੈ। ਹੌਲੇ ਹੌਲੇ ਹਰ ਗੱਲ ਦਾ ਪਤਾ ਲੱਗਦਾ। ਬੱਚੇ ਸਕੂਲ 'ਚ ਪੜ੍ਹਦੇ ਨੇ 10 ਸਾਲ 12 ਸਾਲ, ਫਿਰ ਕਾਲਜ ਵਿੱਚ 5-7 ਸਾਲ ਪੜ੍ਹਦੇ ਨੇ, ਯੂਨੀਵਰਸਿਟੀ 'ਚ ਪੜ੍ਹਦੇ ਨੇ, ਫਿਰ ਉਹ ਡਾਕਟਰ, ਇੰਜੀਨੀਅਰ, ਜੱਜ, ਵਕੀਲ, ਬਿਜ਼ਨਸਮੈਨ, ਹੋਰ ਬੜੇ ਬੜੇ ਵੱਡੇ ਅਹੁਦਿਆਂ 'ਤੇ ਚਲੇ ਜਾਂਦੇ ਨੇ, ਆਫੀਸਰ ਬਣ ਜਾਂਦੇ ਨੇ। ਜੇ ਕੋਈ ਮੇਰੇ ਵਰਗਾ ਸਕੂਲ ਜਾਵੇ ਹੀ ਨਾ, ਵੀ ਇੰਨੇ ਸਾਲ ਕੌਣ ਪੜ੍ਹੇਗਾ, ਛੱਡੋ ਪਰੇ, ਉਹ ਬੰਦਾ ਕੁਛ ਨਹੀਂ ਬਣ ਸਕਦਾ। ਇਹ ਜਿਹੜੀ ਗੁਰੂ ਘਰ ਦੀ ਪੜ੍ਹਾਈ ਹੈ ਕਈ ਜਨਮਾਂ 'ਚ ਆਉਂਦੀ ਹੈ। ਹੌਲੇ 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 ਲੱਗੇ ਰਹੋ, ਲੱਗੇ ਰਹੋ, ਲੱਗੇ ਰਹੋ। ਇਹ ਕਈ ਜਨਮਾਂ ਦੀ ਖੇਡ ਹੈ। ਜਦੋਂ ਸਮਝ ਆ ਜਾਂਦੀ ਹੈ ਫਿਰ ਗੁਰੂ ਨਾਨਕ ਦੀ ਫਿਲਾਸਫੀ ਦਾ ਆਨੰਦ ਬੜਾ ਆਉਂਦਾ ਹੈ। ਬੜੀ ਉੱਚੀ ਖੇਡ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਪੁੱਤਰ ਹਰਗੋਬਿੰਦ ਜੀ, ਤੁਸੀਂ ਇਸ ਦਾ ਪ੍ਰਚਾਰ ਕਰਨਾ ਹੈ, ਜਿਹੜੀ ਗੁਰੂ ਨਾਨਕ ਦੀ ਸ੍ਰੇਸ਼ਟ ਮੱਤ ਹੈ। ਗੁਰੂ ਅੰਗਦ ਸੰਗ ਜੈਸੇ ਕਹਾ। ਜਿਵੇਂ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸੀ, ਜਰ ਜਰਨ ਧੀਰਜ ਔਰ ਧਰਨੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹੇ ਪੁਰਖਾ, ਅਜਰ ਨੂੰ ਜਰਨਾ ਹੈ, ਧੀਰਜ ਰੱਖਣੀ ਹੈ। ਜਿਹੜੀ ਗੱਲ ਨਹੀਂ ਜਰੀ ਜਾ ਸਕਦੀ, ਜਿਹੜੀ ਗੱਲ ਨਹੀਂ ਬਰਦਾਸ਼ਤ ਹੋ ਸਕਦੀ, ਉਹਨੂੰ ਬਰਦਾਸ਼ਤ ਕਰ ਲੈਣਾ। ਮੰਨ ਲਓ ਗਰਮੀ ਨਹੀਂ ਜਰੀ ਜਾਂਦੀ, ਗਰਮੀ ਵੀ ਸਹਿ ਲੈਣੀ। ਸਰਦੀ ਨਹੀਂ ਸਹੀ ਜਾਂਦੀ, ਸਰਦੀ ਵੀ ਸਹਿ ਲੈਣੀ। ਭੁੱਖ ਨਹੀਂ ਸਹੀ ਜਾਂਦੀ, ਭੁੱਖ ਵੀ ਸਹਿ ਲੈਣੀ। ਨੀਂਦ ਨਹੀਂ ਸਹੀ ਜਾਂਦੀ, ਨੀਂਦ ਵੀ ਸਹਿ ਲੈਣੀ। ਇਹ ਤਾਂ ਹੈ ਸਰੀਰਕ ਤਪ। ਹੁਣ ਮਨ ਦਾ ਤਪ ਕੀ ਹੈ? ਮਨ ਦਾ ਤਪ ਹੈ, ਕਿਸੇ ਨੇ ਕੌੜਾ ਬੋਲਿਆ, ਕਿਸੇ ਨੇ ਗਾਲ ਕੱਢੀ, ਕਿਸੇ ਨੇ ਨਿੰਦਾ ਕੀਤੀ, ਕਿਸੇ ਨੇ ਕੋਈ ਸਰੀਰਕ ਤੌਰ ਤੇ ਸਾਨੂੰ ਸੱਟ ਮਾਰੀ, ਉਹਨੂੰ ਮਾਫ ਕਰ ਦੇਣਾ, ਧੀਰਜ ਰੱਖਣੀ, ਖਿਮਾ ਕਰਨੀ। ਇਹ ਉਸ ਤੋਂ ਵੀ ਵੱਡਾ ਤਪ ਹੈ। ਤਪ ਨਾ ਖਿਮਾ ਸਮਝਾਣ, ਖਿਮਾ ਵਰਗਾ ਕੋਈ ਤਪ ਨਹੀਂ। ਸਭ ਤੋਂ ਵੱਡਾ ਤਪ ਹੈ ਖਿਮਾ ਕਰਨੀ, ਮਾਫ ਕਰ ਦੇਣਾ। ਅਜਰ ਜਰਨ ਧੀਰਜ ਔਰ ਧਾਰੀ, ਧੀਰਜ ਰੱਖਣੀ, ਹੌਸਲਾ ਰੱਖਣਾ। ਕੋਈ ਗੱਲ ਨਹੀਂ, ਇਹ ਟਾਈਮ ਲੰਘ ਜਾਣਾ, ਇਹ ਦੁੱਖ ਦਾ ਸਮਾਂ ਵੀ ਲੰਘ ਜਾਣਾ, ਸੁੱਖ ਦਾ ਸਮਾਂ ਵੀ ਲੰਘ ਜਾਣਾ, ਇਹਦਾ ਚਲੇ ਜਾਣਾ, ਕਾਹਲੇ ਨਹੀਂ ਪੈਣਾ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਦੱਸਿਆ ਸੀ। ਹਾਂਜੀ, ਅਜ਼ਮਤ ਬਿਦਤ ਨਾ ਕਾਹੂ ਕਰਨੀ। ਆਪਣੀ ਕਰਾਮਾਤ, ਆਪਣੀ ਸ਼ਕਤੀ ਨੂੰ ਲੋਕਾਂ ਦੇ ਸਾਹਮਣੇ ਸ਼ੋਅ ਨਹੀਂ ਹੋਣ ਦੇਣਾ। ਸਾਰੇ ਕੁਝ ਤਾਕਤ, ਸਾਰਾ ਕੁਝ ਕਰ ਸਕਣ ਦੀ ਸਮਰੱਥਾ ਹੋਵੇ, ਪਾਵਰ ਹੋਵੇ, ਫਿਰ ਵੀ ਆਪਣੀ ਪਾਵਰ ਨੂੰ ਸਮਾਈ ਕਰਕੇ ਰੱਖਣਾ। ਕਮਜ਼ੋਰ ਬੰਦੇ ਨੂੰ ਕੋਈ ਗਾਲਾਂ ਕੱਢੇ, ਕਮਜ਼ੋਰ ਬੰਦੇ ਨੂੰ ਕੋਈ ਚਪੇੜ ਮਾਰੇ, ਕਮਜ਼ੋਰ ਬੰਦਾ ਅੱਗੇ ਚੁੱਪ ਕਰਕੇ ਖੜਾ ਰਵੇ, ਉਹ ਖਿਮਾ ਨਹੀਂ, ਉਹ ਕੋਈ ਧੀਰਜ ਨਹੀਂ। ਉਹ ਤੇ ਬੇਵਸੀ ਦਾ ਨਾਮ, ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਹੈ।
ਉਹ ਤਾਂ ਮਜਬੂਰੀ ਹੈ। ਆਪਣੇ ਕੋਲ ਤਾਕਤ ਹੋਵੇ, ਆਪਣੇ ਕੋਲ ਸ਼ਕਤੀ ਹੋਵੇ, ਆਪਣੇ ਤੋਂ ਕਮਜ਼ੋਰ ਬੰਦਾ ਆ ਕੇ ਸਾਡੇ ਗਲ ਪੈ ਜਾਵੇ, ਸਾਡੀ ਦਾੜੀ ਨੂੰ, ਸਾਡੇ ਕਿਸੇ ਤਰ੍ਹਾਂ ਸਾਡੀ ਇੱਜ਼ਤ ਨੂੰ ਹੱਥ ਪਾਵੇ ਜਾਂ ਸਾਨੂੰ ਮਾੜਾ ਬੋਲੇ, ਤੇ ਉਹਨੂੰ ਅਸੀਂ ਮਾਫ ਕਰ ਦਈਏ, ਇਹਨੂੰ ਕਹਿੰਦੇ ਆ ਧੀਰਜ, ਇਹਨੂੰ ਕਹਿੰਦੇ ਆ ਖਿਮਾ ਕਰਨਾ। ਖਿਮਾ ਕਰਨਾ, ਤਗੜੇ ਨੂੰ ਤੇ ਸਾਰੇ ਖਿਮਾ ਕਰ ਦਿੰਦੇ, ਕਹਿੰਦੇ ਤਗੜੇ ਉੱਤੇ ਤੇ ਤਰਸ ਆਉਂਦਾ, ਮਾੜੇ ਤੇ ਗੁੱਸਾ ਆਉਂਦਾ। ਆਖੋ ਸ੍ਰੀ ਵਾਹਿਗੁਰੂ। ਆਮ ਲੋਕਾਂ ਦੀ ਇਹ ਹਾਲਤ ਹੈ, ਤਗੜੇ ਤੇ ਕਹਿੰਦੇ ਤਰਸ ਆ ਗਿਆ ਸੀ ਮੈਨੂੰ, ਆਪੇ ਹੀ ਆਉਣਾ ਵੀ ਜੇ ਮੈਂ ਉਹਨੂੰ ਛੇੜਾਂਗਾ ਹੋਰ ਮਾਰੇਗਾ। ਤਗੜੇ ਤੇ ਤਰਸ ਆਉਂਦਾ, ਮਾੜੇ ਤੇ ਗੁੱਸਾ ਆਉਂਦਾ, ਮਾੜੇ ਤੇ ਉਹਨੂੰ ਹੋਰ ਕੁੱਟਦੇ ਆ। ਨਹੀਂ, ਧੀਰਜ ਰੱਖਣੀ ਹੈ, ਹੌਸਲਾ ਰੱਖਣਾ ਹੈ, ਖਿਮਾ ਕਰਨੀ ਹੈ। ਗੁਰੂ ਅਰਜਨ ਦੇਵ ਜੀ ਤੋਂ ਵੱਧ ਕੇ ਤਾਕਤਵਰ ਦੁਨੀਆ ਤੇ ਕੋਈ ਨਹੀਂ ਹੋਇਆ। ਐਡੀ ਤਾਕਤਾਂ ਦੇ ਮਾਲਕ, ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਸਾਰੀ ਧਰਤੀ ਪੁੱਠੀ ਕਰ ਸਕਦੇ ਸਨ ਬਚਨ ਦੇ ਨਾਲ। ਤੱਤੀਆਂ ਤਵੀਆਂ ਤੇ ਬਹਿ ਗਏ, ਤੱਤਾ ਰੇਤਾ ਸੀਸ ਚ ਪਵਾ ਲਿਆ, ਭਾਣਾ ਮਿੱਠਾ ਕਰਕੇ ਮੰਨ ਲਿਆ। ਕੋਈ ਕੌੜਾ ਬਚਨ ਮੂੰਹ ਤੋਂ ਨਹੀਂ ਕਿਹਾ, ਕੋਈ ਸਰਾਪ ਨਹੀਂ ਦਿੱਤਾ ਚੰਦੂ ਨੂੰ, ਕੋਈ ਕਿਸੇ ਤਰ੍ਹਾਂ ਦਾ। ਸਾਈਂ ਮੀਆਂ ਮੀਰ ਕਹਿਣ ਲੱਗੇ, ਮੈਨੂੰ ਹੁਕਮ ਦਿਓ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਮੈਥੋਂ ਦੇਖਿਆ ਨਹੀਂ ਜਾ ਰਿਹਾ, ਤੁਸੀਂ ਤੱਤੀਆਂ ਤਵੀਆਂ ਤੇ ਬੈਠੇ ਹੋ, ਇਹ ਪਾਪੀ ਕੀ ਕਰ ਰਹੇ ਨੇ। ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਉਹ ਸਾਈਂ ਮੀਆਂ ਮੀਰ ਨੂੰ ਕਹਿਣ ਲੱਗੇ, ਮੀਆਂ ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਮਨ ਸ਼ਾਂਤ ਹੈ ਹਰੀ ਨਾਮ ਸੇ। ਸਾਡਾ ਸਰੀਰ ਸੜ ਰਿਹਾ ਹੈ, ਇਹਦਾ ਸਾਨੂੰ ਮੋਹ ਨਹੀਂ, ਸਾਡਾ ਮਨ ਤੇ ਠੰਡਾ ਹੈ, ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਠੰਡਾ ਹੈ। ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ, ਐਡਾ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ। ਜੇਕਰ ਇੱਕ ਅੱਧਾ ਜ਼ਾਲਮ ਜ਼ੁਲਮ ਕਰਦਾ, ਬਦਲੇ ਉਸ ਦੇ ਦੇਸ ਸਤਾਈ ਦਾ ਨਹੀਂ। ਕਹਿਣ ਲੱਗੇ, ਇਹ ਚੰਦੂ ਦੇ ਜਾਂ ਜਹਾਂਗੀਰ ਦੇ ਕਰਕੇ ਬਾਕੀ ਦੁਨੀਆ ਨੂੰ ਕਿਉਂ ਬਰਬਾਦ ਕਰੀਏ। ਦਿੱਲੀ ਦੇ ਲਾਹੌਰ ਦੀ ਇੰਟਰਨੈਟ ਖੜਕਾ ਸਕਦੇ ਹਾਂ, ਬਰਬਾਦ ਕਰ ਸਕਦੇ ਹਾਂ, ਪਰ ਬੇਗੁਨਾਹਾਂ ਨੂੰ ਨਹੀਂ ਸਜ਼ਾ ਦੇਣੀ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਖਿਮਾ ਹੈ, ਉਹਨਾਂ ਦੀ ਧੀਰਜ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਕਹਿ ਰਹੇ ਨੇ ਕਿ ਇਹ ਗੁਰੂ ਨਾਨਕ ਦੀ ਸਿੱਖਿਆ ਹੈ। ਹਾਂਜੀ, ਰਾਮਚੰਦ ਸ੍ਰੀ ਕ੍ਰਿਸ਼ਨ ਮਹਾਨੇ। ਪੁਰਾਣੇ ਸਮਿਆਂ ਵਿੱਚ ਵੀ ਸ੍ਰੀ ਰਾਮਚੰਦਰ ਜੀ ਕ੍ਰਿਸ਼ਨ ਜੀ ਵਰਗੇ ਮਹਾਂਪੁਰਸ਼ ਹੋਏ ਨੇ। ਬਲ ਕਰ ਰਣ ਆਦਿਕ ਵਿਦ ਠਾਨੇ। ਉਹਨਾਂ ਨੇ ਵੀ ਜੰਗ ਲੜੇ ਨੇ, ਉਹਨਾਂ ਨੇ ਤੀਰ ਚਲਾਏ ਨੇ, ਤਲਵਾਰਾਂ ਚਲਾਈਆਂ ਨੇ, ਜੰਗ ਕੀਤਾ ਹੈ, ਪਰ ਉਹਨਾਂ ਨੇ ਕਰਾਮਾਤ ਨਾਲ ਦੁਸ਼ਮਣ ਨੂੰ ਨਹੀਂ ਮਾਰਿਆ। ਕਹਿਣ ਦਾ ਮਤਲਬ ਹੈ ਵੀ ਤੁਸੀਂ ਵੀ ਕਰਾਮਾਤ ਨਾਲ ਦੁਸ਼ਮਣ ਨੂੰ ਨਹੀਂ ਮਾਰਨਾ, ਜੰਗ ਲੜਨਾ ਹੈ, ਯੁੱਧ ਕਰਨਾ ਹੈ। ਜਿੰਨਾ ਕਿ ਇਨਸਾਨੀ ਜਾਮੇ ਦਾ ਨਿਯਮ ਹੈ, ਇਨਸਾਨ ਦੇ ਮਨੁੱਖੀ ਜਾਮੇ ਦੀ ਜੋ ਮਰਜ਼ਾਦਾ ਹੈ, ਉਹਦੇ ਵਿੱਚ ਰਹਿਣਾ ਹੈ। ਕਰਾਮਾਤ ਸ਼ਕਤੀ ਦੀ ਵਰਤੋਂ ਨਹੀਂ ਕਰਨੀ। ਨਹੀਂ ਸ਼ਕਤ ਕਰ ਕਹੂੰ ਦਿਖਾਈ। ਸ੍ਰੀ ਰਾਮਚੰਦਰ ਕ੍ਰਿਸ਼ਨ ਆਦਿਕਾਂ ਨੇ ਵੀ ਕਰਾਮਾਤ ਬਿਨਾਂ ਮਤਲਬ ਦੇ ਨਹੀਂ ਵਿਖਾਈ। ਸਹੀ ਸਰਬ ਹੀ ਜਿਮ ਬਨ ਆਈ। ਜੋ ਉਹਨਾਂ ਦੇ ਸਿਰ ਤੇ ਪਈ ਉਹਨਾਂ ਨੇ ਸਹਿ ਲਈ। ਉਹਨਾਂ ਨੇ ਵੀ ਜੰਗਲਾਂ 'ਚ ਬਨਵਾਸ ਵੀ ਕੱਟੇ, ਲੜਾਈਆਂ ਵੀ ਲੜੀਆਂ, ਹਾਰ ਵੀ ਹੋਈ, ਜਿੱਤ ਵੀ ਹੋਈ, ਬੜਾ ਕੁਝ ਹੋਇਆ। ਲਛਮਣ ਨੂੰ ਬਰਛੀ ਵੱਜੀ, ਲਛਮਣ ਮਰਨ ਕੰਢੇ ਪਹੁੰਚ ਗਿਆ। ਸ੍ਰੀ ਕ੍ਰਿਸ਼ਨ ਜੀ ਨੂੰ ਮੈਦਾਨੇ ਜੰਗ ਵਿੱਚੋਂ ਇੱਕ ਵਾਰੀ ਜੰਗ ਛੱਡ ਕੇ ਦੌੜਨਾ ਪਿਆ। ਸਾਰਾ ਕੁਝ ਹੋਇਆ। ਉਹਨਾਂ ਨੇ ਜਿਵੇਂ ਮਨੁੱਖੀ ਲੀਲਾ ਕੀਤੀ ਹੈ, ਉਹਨਾਂ ਕੋਲ ਸਾਰੀ ਸ਼ਕਤੀ ਹੁੰਦਿਆਂ ਵੀ ਉਹਨਾਂ ਨੇ ਨਹੀਂ ਦਿਖਾਈ। ਤੁਸੀਂ ਵੀ ਇੱਦਾਂ ਸਾਰੀ ਸ਼ਕਤੀ ਦੇ ਹੁੰਦਿਆਂ ਸ਼ਕਤੀ ਦਿਖਾਣੀ ਨਹੀਂ। ਆਪਣੇ ਜਿਹੜੇ ਦੁਨਿਆਵੀ ਵਸੀਲੇ ਨੇ, ਤੁਹਾਨੂੰ ਪਰਮਾਤਮਾ ਨੇ ਸਰੀਰ 'ਚ ਤਾਕਤ ਦਿੱਤੀ ਹੈ, ਹਥਿਆਰਾਂ ਦੀ ਤਾਕਤ ਹੈ। ਜੰਗ ਲੜਨਾ ਤੇ ਹਥਿਆਰਾਂ ਨਾਲ, ਸ਼ਸਤਰਾਂ ਨਾਲ ਲੜੋ, ਜ਼ੁਲਮ ਦਾ ਟਾਕਰਾ ਕਰੋ, ਪਰ ਕਰਾਮਾਤ ਨਾ ਦਿਖਾਓ। ਹਾਂਜੀ, ਇਸੇ ਪ੍ਰਕਾਰ ਆਪ ਮਤ ਧਰੋ। ਤੁਸੀਂ ਵੀ ਉਦਾਂ ਹੀ ਰੱਖਣੀ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਦੱਸ ਰਹੇ ਆ, ਤੁਹਾਡੇ ਸਮੇਂ 'ਚ ਜੰਗ ਯੁੱਧ ਹੋਣੇ ਨੇ,
ਜੰਗ ਯੁੱਧ ਬਾਹੂ ਬਲ ਨਾਲ ਲੜਨੇ ਨੇ, ਸ਼ਸਤਰਾਂ ਨਾਲ ਲੜਨੇ ਨੇ। ਘੋੜੇ ਰੱਖੋ, ਤੀਰ ਕਮਾਨ ਰੱਖੋ, ਬੰਦੂਕਾਂ ਰੱਖੋ, ਤਲਵਾਰ ਢਾਲ ਵਰਤੋ, ਲੜਾਈ ਕਰੋ। ਪਰ ਲੜਾਈ ਦੇ ਵਿੱਚ ਕਰਾਮਾਤ ਵਰਤ ਕੇ ਦੁਸ਼ਮਣ ਨੂੰ ਸੁੱਤੇ ਪਿਆਂ ਨੂੰ ਮਾਰ ਦਿਓ, ਇਹ ਨਹੀਂ ਕੰਮ ਕਰਨਾ। ਆਪਣੀ ਆਤਮਿਕ ਸ਼ਕਤੀ, ਆਪਣੀ ਜਿਹੜੀ ਵਿਲ ਪਾਵਰ ਹੈ, ਰੂਹਾਨੀ ਸ਼ਕਤੀ ਹੈ, ਉਹ ਤੁਸੀਂ ਯੂਜ਼ ਨਹੀਂ ਕਰਨੀ ਕਿਸੇ ਤਰ੍ਹਾਂ ਵੀ। ਹਾਂਜੀ, ਨਹੀਂ ਬਿਦਤ ਅਜਮਤ ਕਿਤ ਕਰੋ। ਆਪਣੀ ਅਜਮਤ ਨੂੰ, ਆਪਣੀ ਸ਼ਕਤੀ ਨੂੰ ਕਿਤੇ ਪ੍ਰਗਟ ਨਾ ਕਰਿਆ ਜੇ। ਇਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਝਾ ਰਹੇ ਨੇ। ਹਾਂਜੀ, ਪੁਰਸ਼ੋਤਮ ਜੇ ਕਰ ਦਿਖਰਾਈ। ਜੇ ਕਿਤੇ ਮਹਾਂਪੁਰਸ਼ਾਂ ਨੇ ਕਰਾਮਾਤ ਦਿਖਾਈ ਵੀ ਹੈ, ਮਹਾਂਪੁਰਸ਼ਾਂ ਨੂੰ ਕਈ ਵਾਰੀ ਕਰਾਮਾਤ ਦਿਖਾਣੀ ਪੈਂਦੀ ਹੈ, ਉਹਨਾਂ ਨੇ ਕਰਕੇ ਦਿਖਾਈ ਵੀ ਹੈ। ਹਾਂਜੀ, ਹਿਤ ਮਰਜਾਦ ਕੈ ਜਨਨ ਸਹਾਈ। ਉਹ ਦੋ ਗੱਲਾਂ ਕਰਕੇ ਦਿਖਾਈ ਹੈ, ਜਾਂ ਤਾਂ ਮਰਜ਼ਾਦਾ ਨੂੰ ਸਥਾਪਿਤ ਕਰਨ ਲਈ, ਰੱਖਣ ਲਈ, ਮਰਜ਼ਾਦਾ ਨਾ ਵਿਗੜ ਜਾਵੇ, ਲੋਕੀ ਨਾਸਤਕ ਨਾ ਹੋ ਜਾਣ, ਪਰਮਾਤਮਾ ਦੀ ਸ਼ਕਤੀ ਤੋਂ ਮਨੁੱਕਰ ਨਾ ਹੋ ਜਾਣ। ਦੂਸਰਾ ਜਿਹੜੇ ਉਹਨਾਂ ਦੇ ਸੇਵਕ, ਉਹਨਾਂ ਦੀ ਸਹਾਇਤਾ ਕਰਨ ਦੀ ਲੋੜ ਪਈ, ਮਦਦ ਕਰਨ ਦੀ ਲੋੜ ਪਈ ਤਾਂ ਉਹਨਾਂ ਨੇ ਵਰਤੀ। ਪਰ ਹਰ ਥਾਂ ਤੇ ਬਿਨਾਂ ਮਤਲਬ ਦੇ ਜਾਦੂਗਰਾਂ ਦੀ ਤਰ੍ਹਾਂ, ਜਿਵੇਂ ਮੈਜਿਕ ਕਰਨ ਵਾਲੇ ਹਰ ਥਾਂ ਤੇ ਕਰੀ ਜਾਂਦੇ ਤਮਾਸ਼ਾ, ਇੱਦਾਂ ਨਹੀਂ ਕੀਤਾ। ਹਰ ਥਾਂ ਤੇ ਕਰਾਮਾਤ ਨਹੀਂ ਦਿਖਾਈ, ਜਿੱਥੇ ਲੋੜ ਪਈ ਦਿਖਾਈ ਵੀ, ਪਰ ਇਹ ਨਹੀਂ ਵੀ ਹਰ ਥਾਂ ਤੇ ਰੋਜ਼ ਹੀ ਦਿਖਾਈ ਜਾਓ। ਇਹ ਫਰਕ ਹੈ। ਕਈ ਲੋਕ ਅੱਜ ਕੱਲ੍ਹ ਨਾ ਇਹ ਕਰਾਮਾਤ ਦੇ ਨਾਂ ਤੇ ਬੜੇ ਜ਼ਿਆਦਾ ਸੱਸੋਪੰਜ ਵਿੱਚ ਪਏ ਹੋਏ। ਕਈ ਕਹਿੰਦੇ ਗੁਰਮਤਿ 'ਚ ਕਰਾਮਾਤ ਹੈ ਹੀ ਕੋਈ ਨਹੀਂ। ਪਤਾ ਨਹੀਂ ਕਿੱਥੋਂ ਦਾ ਗਿਆਨ ਕੱਢਿਆ ਉਹਨਾਂ ਨੇ, ਆਪਣੇ ਖਿਆਲ ਪ੍ਰਗਟ ਕਰ ਲਏ, ਕਿਉਂਕਿ ਗੁਰਮਤਿ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਿਆ। ਮੈਂ ਮਾਫ਼ ਬੇਨਤੀ ਕਰਾਂ, ਪੜ੍ਹਨਾ ਲਿਖਣਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਮੰਨ ਲਓ ਕੋਈ ਬੰਦਾ ਪੂਰੀ ਕਿਤਾਬ ਵੀ ਪੜ੍ਹ ਲੈਂਦਾ ਹੈ, 100-200 ਪੰਨੇ ਦੀ, 400 ਪੰਨੇ ਦੀ, ਪੂਰੀ ਗਹਿਰਾਈ ਨਾਲ, ਫਿਰ ਵੀ ਨਹੀਂ ਪੜ੍ਹ ਸਕਦਾ। ਦੂਜੀ ਵਾਰੀ ਪੜ੍ਹੇ, ਤੀਜੀ ਵਾਰੀ ਪੜ੍ਹੇ, 10 ਵਾਰੀ ਪੜ੍ਹੇ ਤਾਂ ਗੱਲ ਜਾ ਕੇ, ਫਿਰ ਵੀ ਕੋਈ ਗੱਲ ਰਹਿ ਜਾਣੀ ਹੈ। ਗੁਰਮਤਿ ਦਾ ਖਜ਼ਾਨਾ ਐਡਾ ਵੱਡਾ, ਇਹਨੂੰ ਇੱਕੋ ਵਾਰੀ ਥੋੜ੍ਹੀ ਬਾਣੀ ਅਖਬਾਰਾਂ 'ਚੋਂ, ਇੰਟਰਨੈਟ ਤੋਂ, ਵਟਸਐਪ ਤੋਂ, ਫੇਸਬੁੱਕ ਤੋਂ ਪੜ੍ਹ ਕੇ ਸਮਝ ਨਹੀਂ ਆਉਂਦੀ। ਗੁਰਮਤਿ 'ਚ ਕਰਾਮਾਤ ਨਹੀਂ, ਇਹ ਗੱਲ ਨਹੀਂ ਹੈ। ਕਰਾਮਾਤ ਤਾਂ ਹੈ, ਪਰ ਕਰਾਮਾਤ ਦਿਖਾਣੀ ਨਹੀਂ। ਦਿਖਾਣੀ ਵੀ ਕਿੱਥੇ ਨਹੀਂ, ਇੱਥੇ ਵੀ ਦੋ ਗੱਲਾਂ ਨੇ। ਕਿਸੇ ਨੂੰ ਖੁਸ਼ ਕਰਨ ਲਈ, ਕਿਸੇ ਦੀ ਖੁਸ਼ਾਮਦ ਕਰਨ ਲਈ, ਕਿਸੇ ਬੰਦੇ ਨੂੰ ਆਪਣਾ ਚੇਲਾ ਬਣਾਉਣ ਲਈ, ਉਹਦੇ ਤੇ ਆਪਣਾ ਪ੍ਰਭਾਵ ਪਾਉਣ ਲਈ ਕਰਾਮਾਤ ਨਹੀਂ ਦਿਖਾਣੀ। ਵੀ ਜਿਵੇਂ ਔਰੰਗਜ਼ੇਬ ਕਹਿੰਦਾ ਸੀ ਮੈਨੂੰ ਕਰਾਮਾਤ ਦਿਖਾਓ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਰਾਮਾਤ ਕਹਿਰ ਹੈ। ਕਰਾਮਾਤ ਕਹਿਰ ਹੈ। ਕਹਿੰਦੇ ਜੇ ਅੱਜ ਅਸੀਂ ਤੈਨੂੰ ਕਰਾਮਾਤ ਦਿਖਾਈਏ, ਤੂੰ ਸਾਨੂੰ ਤੇ ਛੱਡ ਦੇਗਾ, ਅਸੀਂ ਤਾਂ ਘਰ ਚਲੇ ਜਾਵਾਂਗੇ ਆਰਾਮ ਨਾਲ। ਕੱਲ ਨੂੰ ਕਿਸੇ ਹੋਰ ਸੰਤ ਨੂੰ ਫੜ ਲਏਗਾ, ਉਹਨੂੰ ਵੀ ਕਹੇਗਾ ਕਰਾਮਾਤ ਦਿਖਾ, ਉਹ ਵਿਚਾਰਾ ਕਰਾਮਾਤ ਨਾ ਦਿਖਾਵੇ, ਉਹਦੇ ਕੋਲ ਹੋਵੇ ਨਾ, ਫਿਰ ਤੂੰ ਕਹੇਗਾ ਮੁਸਲਮਾਨ ਬਣ ਜਾਂ ਮਰਨ ਲਈ ਤਿਆਰ ਹੋ ਜਾ। ਉਹ ਵਿਚਾਰਾ ਡਰ ਕੇ ਮੁਸਲਮਾਨ ਬਣ ਜਾਏਗਾ, ਆਪਣਾ ਧਰਮ ਛੱਡ ਦੇਗਾ। ਅਸੀਂ ਇਹੋ ਜਿਹਾ ਰਾਹ ਸਿਖਾ ਕੇ ਜਾਣਾ ਆਪਣੇ ਸਿੱਖਾਂ ਨੂੰ ਵੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਕਰਾਮਾਤ ਸਾਡੇ ਕੋਲ ਬੜੀ ਹੈ, ਪਰ ਤੈਨੂੰ ਕਿਉਂ ਦਿਖਾਈਏ? ਤੂੰ ਸਾਨੂੰ, ਅਸੀਂ ਤੇਰੇ ਸਾਹਮਣੇ ਜਾਦੂਗਰੀਆਂ ਕਰੀਏ, ਤੂੰ ਕੌਣ ਹੁੰਦਾ ਹੈ ਜਿਹੜਾ ਸਾਡੀਆਂ ਕਰਾਮਾਤਾਂ ਦੇਖੇ? ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦ ਤਾਂ ਹੋ ਗਏ, ਆਪਣੀ ਸ਼ਕਤੀ ਨੂੰ, ਆਪਣੀ ਕਰਾਮਾਤ ਨੂੰ ਜਾਦੂਗਰਾਂ ਦੀ ਤਰ੍ਹਾਂ ਦਿਖਾਇਆ ਨਹੀਂ, ਤੇ ਆਪਣੀ ਕਰਾਮਾਤ ਦਿਖਾ ਵੀ ਦਿੱਤੀ ਵੀ ਸਤਿਗੁਰਾਂ ਦਾ ਅਸੀਸ ਔਰੰਗੇ ਨੂੰ ਨਹੀਂ ਲੱਭਿਆ, ਧੜ ਔਰੰਗੇ ਨੂੰ ਨਹੀਂ ਲੱਭਿਆ, ਪਰ ਦਿਖਾ ਵੀ ਦਿੱਤੀ। ਪਰ ਉਸ ਮੂਰਖ ਨੂੰ ਸਮਝ ਨਹੀਂ ਆਣ ਦਿੱਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਕਰਾਮਾਤ ਦਿਖਾਣੀ ਨਹੀਂ। ਹਾਂ, ਜੇ ਕਿਤੇ ਮਰਿਆਦਾ ਦੀ ਰੱਖਿਆ ਵਾਸਤੇ ਲੋੜ ਪੈ ਜਾਵੇ, ਗੁਰੂ ਕੇ ਸਿੱਖਾਂ ਦਾ ਨਿਸ਼ਚਾ ਵਿਸ਼ਵਾਸ ਅਡੋਲ ਕਰਨਾ ਹੋਵੇ,
ਫਿਰ ਮਹਾਂਪੁਰਸ਼ਾਂ ਨੂੰ ਦਿਖਾਣੀ ਵੀ ਪੈਂਦੀ ਹੈ ਤਾਂ ਕਿ ਅਕਾਲ ਪੁਰਖ ਤੋਂ ਬੇਮੁਖ ਨਾ ਹੋ ਜਾਣ, ਨਾਸਤਕ ਨਾ ਹੋ ਜਾਣ। ਹਾਂਜੀ, ਬਿਨਾ ਕਰੇ ਵਿਗ੍ਰਹਿ ਜਹ ਬਾਤ। ਜਿੱਥੇ ਕਰਾਮਾਤ ਕੀਤੇ ਤੋਂ ਬਿਨਾਂ ਗੱਲ ਵਿਗੜਦੀ ਹੋਵੇ, ਹਰ ਤਰ੍ਹਾਂ ਦਾ ਲੋਕਾਂ ਦੀ ਸ਼ਰਧਾ ਟੁੱਟਣ ਦਾ ਹੋਰ ਕੋਈ ਕਾਰਨ ਬਣਦਾ ਹੋਵੇ, ਤਹਾਂ ਕਰਤ ਹੈ ਨਿਤ ਚਿਤ ਸ਼ਾਂਤ। ਸ਼ਾਂਤੀ ਨਾਲ ਮਹਾਂਪੁਰਸ਼ ਅਚਾਨਕ ਹੀ ਉੱਥੇ ਕੌਤਕ ਵਰਤਾ ਦਿੰਦੇ ਨੇ। ਉਹ ਕਰਾਮਾਤ ਨਹੀਂ ਹੁੰਦੀ, ਹੁੰਦਾ ਤੇ ਕੌਤਕ ਹੀ ਹੈ ਮਹਾਂਪੁਰਸ਼ਾਂ ਦਾ। ਉਹਨੂੰ ਕੋਈ ਕਰਾਮਾਤ ਕਹਿ ਲਏ, ਕੋਈ ਉਹਨੂੰ ਕਲਾ ਕਹਿ ਲਏ, ਕੋਈ ਸ਼ਕਤੀ ਕਹਿ ਲਏ, ਕੋਈ ਅਜ਼ਮਤ ਕਹਿ ਲਏ, ਉਹਦੀ ਭਾਵਨਾ ਹੈ। ਸ਼ਬਦ ਹੀ ਨੇ ਜਿਹੜੇ ਮਰਜ਼ੀ ਬੋਲ ਲਓ। ਮਹਾਂਪੁਰਸ਼ ਧਰਮ ਦੀ ਮਰਜ਼ਾਦਾ ਰੱਖਣ ਲਈ ਕਈ ਵਾਰੀ ਕਰਦੇ ਨੇ, ਪਰ ਹਰ ਥਾਂ ਤੇ ਨਹੀਂ ਤੁਰੇ ਫਿਰਦੇ ਵੀ ਆਓ ਸਾਡੀਆਂ ਕਰਾਮਾਤਾਂ ਦੇਖੋ, ਆਓ। ਅੱਜ ਕੱਲ੍ਹ ਤੇ ਸ਼ੋਅ ਹੀ ਚੱਲ ਪਏ ਨਾ, ਆਖੇ ਜੀ ਆਓ ਤੁਹਾਡੇ ਕੰਮ ਕਰੀਏ, ਤੁਹਾਡੇ ਆਹ ਕੰਮ ਹੋ ਜਾਣਗੇ, ਉਹ ਕੰਮ ਹੋ ਜਾਣਗੇ, ਤੁਹਾਨੂੰ ਹੱਥਾਂ 'ਚ ਚੁਟਕੀਆਂ ਵਿੱਚ ਸਰੋਂ ਜਮਾ ਕੇ ਦਿਖਾ ਦਿਆਂਗੇ। ਇੱਦਾਂ ਦੀਆਂ ਗੱਲਾਂ, ਇਹ ਨਹੀਂ ਗੁਰਮੁਖ ਪਿਆਰੇ, ਰੱਬ ਦੇ ਪਿਆਰੇ ਨਹੀਂ ਇੱਦਾਂ ਕਰਦੇ। ਉਹ ਕਹਿੰਦੇ ਉਹਦੇ ਭਾਣੇ ਵਿੱਚ ਰਹਿਣਾ, ਉਹਦੀ ਰਜ਼ਾ ਵਿੱਚ ਰਹਿਣਾ, ਭਾਣੇ ਤੋਂ ਬਾਹਰ ਨਹੀਂ ਹੁੰਦੇ। ਹੁੰਦੀ ਸਾਰੀ ਸ਼ਕਤੀ ਉਹਨਾਂ ਦੇ ਕੋਲ ਹੈ, ਪਰ ਉਹ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਦੇ। ਜਾਮ ਜਾਮਨੀ ਕਰੋ ਇਸ਼ਨਾਨ। ਫਿਰ ਮਹਾਰਾਜ ਕਹਿੰਦੇ ਨਿਤਨੇਮ ਕੀ ਹੈ? ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਨਾ। ਅੰਮ੍ਰਿਤ ਵੇਲੇ 2 ਵਜੇ 2:30 ਵਜੇ ਇਸ਼ਨਾਨ ਕਰਨਾ ਹੈ। ਸੁਨੋ ਕੀਰਤਨ ਪ੍ਰਭ ਨਿਰਮਾਨ। ਫਿਰ ਇਸ਼ਨਾਨ ਕਰਕੇ ਮਹਾਰਾਜ ਦੀ ਬਾਣੀ ਦਾ ਕੀਰਤਨ ਸੁਣਨਾ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ। 11 ਸਾਲ ਦੀ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ, 11 ਸਾਲ ਦੀ। ਤੇ ਮਹਾਰਾਜ ਪੰਜਵੇਂ ਪਾਤਸ਼ਾਹ ਆਪਣੇ ਪੁੱਤਰ ਨੂੰ ਮਰਜ਼ਾਦਾ ਦੱਸ ਰਹੇ ਨੇ ਕਿ ਤੁਸੀਂ ਗੁਰੂ ਬਣ ਗਏ ਹੋ, ਤੁਸੀਂ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ, ਪੱਕਾ ਨੇਮ ਰੱਖਣਾ। ਇਸ ਨੇਮ ਦੇ ਵਿੱਚ ਵਿਘਨ ਨਹੀਂ ਪੈਣ ਦੇਣਾ। 10 ਪਾਤਸ਼ਾਹੀਆਂ ਨੇ ਸਾਰੀ ਉਮਰ ਇਹ ਨੇਮ ਨਿਭਾਇਆ। ਸਵਾ ਪਹਿਰ ਰਾਤ ਰਹਿੰਦੀ, 2-2:30 ਵਜੇ ਇਸ਼ਨਾਨ ਕਰ ਲੈਂਦੇ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਰੇ ਗੁਰੂਆਂ ਦਾ ਤੇ ਗੁਰਸਿੱਖਾਂ ਦਾ ਵੀ ਇਹ ਨੇਮ ਰਿਹਾ। ਹੁਣ ਮੇਰੇ ਵਰਗੇ ਉੱਠ ਨਹੀਂ ਸਕਦੇ, ਦੂਜਿਆਂ ਨੂੰ ਵੀ ਮੈਂ ਕਹੀ ਜਾਵਾਂ ਵੀ ਤੁਸੀਂ ਵੀ ਨਾ ਉੱਠੋ, ਮਾੜੀ ਗੱਲ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਇਹ ਸਭ ਤੋਂ ਵੱਡੀ ਚੀਜ਼ ਹੈ। ਹਾਂਜੀ, ਜਗਤ ਅਨਿਤ ਆਤਮਾ ਸਾਚੋ। ਫਿਰ ਮਹਾਰਾਜ ਕਹਿੰਦੇ ਇਹ ਸੰਸਾਰ ਨੂੰ ਝੂਠਾ ਸਮਝਣਾ। ਜੋ ਕੁਝ ਦੇਖ ਰਿਹਾ ਨਾ, ਇਹ ਇਦਾਂ ਨਹੀਂ ਰਹਿਣਾ। ਇਹ ਮਾਇਆ ਹੈ, ਇਹ ਝੂਠ ਹੈ, ਇਹ ਜਾਦੂਗਰੀ ਦੀ ਖੇਡ ਹੈ, ਇਹ ਸੁਪਨਾ ਹੈ। ਆਤਮਾ ਸੱਚੀ ਹੈ, ਬਾਕੀ ਸਭ ਕੁਝ ਝੂਠ ਹੈ। ਜਗਤ ਅਨਿਤ ਆਤਮਾ ਸਾਚੋ। ਅੰਦਰ ਬੈਠੀ ਜੋਤ ਵਾਹਿਗੁਰੂ ਦੀ ਸੱਚੀ ਹੈ। ਇਹ ਦੇਖਣ ਵਾਲਾ ਸੱਚਾ ਹੈ, ਪਰ ਦਿਸਣ ਵਾਲਾ ਸਭ ਕੁਝ ਝੂਠ ਹੈ। ਹਾਂਜੀ, ਇਮ ਲਖ ਸਤ ਸੰਗਤ ਚਿਤ ਚਾਚੋ। ਇਹ ਜਾਣ ਕੇ ਆਪਣਾ ਧਿਆਨ ਸਤ ਸੰਗਤ 'ਚ ਰੱਖਣਾ ਹੈ। ਸਾਧੂਆਂ ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਪਿਆਰ ਪਾਉਣਾ, ਮਾਇਆ ਦੇ ਝੂਠੇ ਪਦਾਰਥਾਂ ਵਿੱਚ ਮੋਹ ਨਹੀਂ ਪਾਉਣਾ। ਹਾਂਜੀ, ਪਾਏ ਪੁੱਤਰ ਕੋ ਗੁਰੂ ਬਹਾਨਾ। ਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਸਿੱਖਿਆ ਦੇ ਰਹੇ, ਇਹ ਸਾਰੀ ਦੁਨੀਆ ਨੂੰ ਹੀ ਦੇ ਰਹੇ ਨੇ। ਸਾਡਾ ਪੁੱਤਰ ਦਾ ਤੇ ਬਹਾਨਾ ਹੀ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਤਾਂ ਬਹਾਨਾ ਹੀ ਹੈ। ਇਹ ਸਾਨੂੰ ਸਾਰਿਆਂ ਨੂੰ ਮਰਜ਼ਾਦਾ ਦੱਸ ਰਹੇ ਨੇ। ਸੰਗਤ ਕੋ ਉਪਦੇਸ਼ ਬਖਾਨਾ। ਗੁਰੂ ਹਰਗੋਬਿੰਦ ਸਾਹਿਬ ਦੇ ਬਹਾਨੇ ਸਾਰਿਆਂ ਨੂੰ ਹੀ ਉਪਦੇਸ਼ ਦੇ ਦਿੱਤਾ। ਸ੍ਰੀ ਹਰਗੋਬਿੰਦ ਸੁਨ ਕਰ ਧੀਰ। ਜਦੋਂ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਗੁਰਦੇਵ ਦੇ ਮੁਖ ਤੋਂ ਇਹ ਬਚਨ ਸੁਣੇ, ਬੜੇ ਧੀਰਜ ਨਾਲ ਸੁਣੇ। ਗੁਰੂ ਜੋਤੀ ਉਹਨਾਂ 'ਚ ਵਿਰਾਜਮਾਨ ਹੋਈ। ਗੁਰੂ ਮਹਾਰਾਜ ਗੁਰਤਾ ਗੱਦੀ ਤੇ ਬੈਠ ਗਏ। 6ਵੇਂ ਪਾਤਸ਼ਾਹ ਕਮਲ ਬਿਲੋਚਨ ਮੋਚੋ ਨੀਰ। ਪਿਤਾ ਜੀ ਦੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਜਲ ਆ ਗਿਆ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਅੱਖਾਂ ਵਿੱਚ ਜਲ ਭਰ ਗਿਆ। ਕਾਰਨ ਕਰਨ ਆਪ ਤੁਮ ਸਾਰੇ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਪਿਤਾ ਜੀਓ, ਕਰਨ ਕਰਾਵਣ ਹਾਰ ਤੁਸੀਂ ਹੋ। ਜੋ ਕੁਝ ਹੋ ਰਿਹਾ ਸੰਸਾਰ ਵਿੱਚ ਤੁਹਾਡੀ ਮਾਇਆ ਹੈ। ਜੋ ਤੁਸੀਂ ਕਰਾ ਰਹੇ ਹੋ ਉਹ ਹੋ ਰਿਹਾ, ਜੋ ਤੁਸੀਂ ਕਰਾਣਾ ਉਹ ਹੋਣਾ ਹੈ। ਤੁਹਾਡੇ ਭਾਣੇ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਹਾਂਜੀ, ਅਸਮੰਜਸ ਹਮ ਸਮੁਖ ਉਚਾਰੇ। ਸਾਡਾ ਤੁਹਾਡੇ ਸਾਹਮਣੇ ਬੋਲਣਾ ਠੀਕ ਨਹੀਂ ਹੈ। ਅਸਮੰਜਸ,
ਹਮ ਸਮੁਖ ਉਚਾਰੇ। ਤੁਹਾਡੇ ਸਾਹਮਣੇ ਅਸੀਂ ਕੋਈ ਗੱਲ ਕਰੀਏ, ਸਾਡੀ ਕੀ ਸਮਰੱਥਾ ਹੈ ਸੱਚੇ ਪਾਤਸ਼ਾਹ। ਤੁਸੀਂ ਸਰਬ ਕਲਾ ਦੇ ਮਾਲਕ ਹੋ, ਅੰਤਰਜਾਮੀ ਹੋ, ਘਟ ਘਟ ਦੀ ਜਾਣਨ ਵਾਲੇ ਹੋ ਔਰ ਪ੍ਰੇਰਕ ਹੋ ਸਾਰੀ ਦੁਨੀਆ ਦੇ। ਤੁਹਾਨੂੰ ਅਸੀਂ ਕੀ ਕਹੀਏ, ਤੁਸੀਂ ਸਭ ਕੁਝ ਜਾਣਦੇ ਹੋ। ਇਮ ਕਹਿ ਨੰਮਰ ਗਰੀਬ ਕਰ ਥਿਰੇ। ਏਦਾਂ ਕਹਿ ਕੇ ਸ੍ਰੀ ਹਰਗੋਬਿੰਦ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਸੀਸ ਨੀਵਾਂ ਕਰਕੇ ਬੈਠੇ ਰਹੇ। ਧੀਰ ਸਰਬੱਗ ਜਾਨ ਚੁੱਪ ਕਰੇ। ਸਰਬ ਕਲਾ ਦੇ ਸਰਬੱਗ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਨ ਧੀਰਜਵਾਨ ਇਸ ਦੁੱਖ ਦੀ ਘੜੀ ਵਿੱਚ ਜਦੋਂ ਪਿਤਾ ਗੁਰਦੇਵ ਜੀ ਇੱਥੋਂ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ, ਸਦਾ ਵਾਸਤੇ ਅੱਖਾਂ ਤੋਂ ਅਲੋਪ ਹੋਣ ਦਾ ਇਸ਼ਾਰਾ ਦੇ ਰਹੇ ਨੇ, ਲਾਹੌਰ ਚਲੇ ਜਾਣਾ, ਲਾਹੌਰ ਜਾ ਕੇ ਸ਼ਹੀਦੀਆਂ ਪਾ ਜਾਣੀਆਂ ਨੇ, ਉਹ ਸਮਾਂ ਕੈਸਾ ਨਾਜ਼ੁਕ ਸੀਗਾ। ਸ੍ਰੀ ਹਰਗੋਬਿੰਦ ਜੀ ਨੇ ਬੜੇ ਹੌਸਲੇ ਨਾਲ ਜਰ ਲਿਆ। ਗੱਦੀ ਦੇ ਕੇ ਕੋਠਾ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਹੈ, ਇੱਥੇ ਪਹਿਲਾਂ ਕੋਠਾ ਸਾਹਿਬ ਹੀ ਹੁੰਦਾ ਸੀ, ਕੋਠਾ ਸਾਹਿਬ ਤੋਂ ਚੱਲ ਕੇ ਗੁਰੂ ਕੇ ਮਹਿਲਾਂ 'ਚ ਪਹੁੰਚੇ। ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਛਕਾਇਆ, ਨਾਲ ਨਾਲ ਪ੍ਰਸ਼ਾਦਾ ਛਕੀ ਜਾਂਦੇ, ਨਾਲੇ ਮਾਤਾ ਗੰਗਾ ਜੀ ਨੂੰ ਇਸ਼ਾਰਾ ਦੇ ਰਹੇ ਨੇ, ਗੰਗਾ ਜੀ ਅਸੀਂ ਲਾਹੌਰ ਚਲੇ ਜਾਣਾ ਤੇ ਸਾਡੇ ਤੋਂ ਪਿੱਛੋਂ ਸਾਡਾ ਪੁੱਤਰ ਸਾਰਾ ਕੁਝ ਸਾਂਭੇਗਾ। ਹਰਗੋਬਿੰਦ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ। ਸਰੀਰ ਦਾ ਮੋਹ ਨਹੀਂ ਕਰਨਾ, ਦੁਨੀਆ ਦਾ ਮੇਲਾ ਥੋੜੇ ਦਿਨਾਂ ਦਾ ਹੀ ਹੁੰਦਾ, ਸਦਾ ਕੋਈ ਨਾਲ ਨਹੀਂ ਰਿਹਾ, ਤੇ ਸਾਡੇ ਤੋਂ ਬਾਅਦ ਸੋਗ ਨਹੀਂ ਮਨਾਉਣਾ। ਮਾਤਾ ਗੰਗਾ ਜੀ ਹੈਰਾਨ ਹੋਈ ਜਾਂਦੇ, ਅੱਜ ਕਿਉਂ ਜਿਹੀਆਂ ਗੱਲਾਂ ਕਰ ਰਹੇ ਨੇ ਸੱਚੇ ਪਾਤਸ਼ਾਹ। ਬੈਰਾਗ ਆ ਗਿਆ, ਰੋਣ ਲੱਗ ਪਏ। ਰੋਂਦੇ ਰੋਂਦੇ ਬੇਨਤੀ ਕੀਤੀ ਗਰੀਬ ਨਵਾਜ਼, ਸਾਨੂੰ ਕਿਹਦੇ ਸਹਾਰੇ ਛੱਡ ਚੱਲੇ ਹੋ? ਅਜੇ ਹਰਗੋਬਿੰਦ 11 ਸਾਲਾਂ ਦਾ ਬੱਚਾ ਹੈ, ਦੁਸ਼ਮਣ ਸਾਰੇ ਪਾਸੇ ਜਾਲ ਵਿਛਾਈ ਬੈਠੇ ਨੇ, ਸਾਡਾ ਕੀ ਬਣੇਗਾ? ਤੇ ਮਹਾਰਾਜ ਕਹਿੰਦੇ, ਗੰਗਾ ਜੀ ਸਭ ਦਾ ਰਾਖਾ ਗੁਰੂ ਨਾਨਕ ਹੈ, ਗੁਰੂ ਨਾਨਕ ਅੰਗ ਸੰਗ ਰਹੇਗਾ। ਜਾਂ ਕੋ ਮੁਸ਼ਕਲ ਅਤ ਬਣੇ ਢੋਈ, ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ। ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨ ਤਤੀ ਵਾਓ। ਸਾਹਿਬ ਨਿਤਾਣਿਆ ਕਾ ਤਾਣ, ਆਏ ਨ ਜਾਈ ਫਿਰ ਸਦਾ ਗੁਰ ਸ਼ਬਦੀ ਰੰਗ। ਮਹਾਰਾਜ ਅਕਾਲ ਪੁਰਖ ਸੱਚੇ ਪਾਤਸ਼ਾਹ ਤੇਰੇ ਹਰਗੋਬਿੰਦ ਦੇ ਸਿਰ ਤੇ ਰਵੇਗਾ, ਅੰਗ ਸੰਗ ਰਵੇਗਾ, ਚੜ੍ਹਦੀ ਕਲਾ ਹੋਵੇਗੀ। ਮਹਾਰਾਜ ਸਾਹਿਬ ਜੀ ਸਾਰਾ ਬਚਨ ਕਹਿ ਕੇ ਮਾਤਾ ਗੰਗਾ ਜੀ ਨੂੰ ਰਾਤ ਆਪਣੇ ਪਲੰਗ ਤੇ ਬਿਰਾਜੇ। ਸਵੇਰੇ ਉੱਠ ਕੇ ਲਾਹੌਰ ਨੂੰ ਚਲੇ ਗਏ। ਉੱਥੇ ਜਾ ਕੇ ਜੋ ਭਾਣੇ ਵਰਤਾਏ ਉਹ ਕਥਾ ਆਪਾਂ ਅੱਗੇ ਸੁਣਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ।